ਸੋ ਪੰਜਾਬ ਦੇ ਵਿੱਚ 8 ਨਗਰ ਨਿਗਮਾਂ ਤੇ 109 ਮਿਊਨਿਸਪਲ ਨਗਰ ਪੰਚਾਇਤਾਂ ਤੇ ਨਗਰ ਕੌਂਸਲ ਚੋਣਾਂ ਲਈ ਵੋਟਾਂ ਪੈ ਚੁੱਕੀਆਂ ਨੇ, ਪਰ ਵੱਖ-ਵੱਖ ਥਾਵਾਂ ਤੇ ਹਿੰਸਾ ਦੀਆਂ ਖਬਰਾਂ ਜਿਹੜੀਆਂ ਉਹ ਜ਼ਿਆਦਾ ਆਈਆਂ ਨੇ। ਕਈ ਥਾਵਾਂ ਤੇ ਗੋਲੀ ਚੱਲਣ ਦੀ ਖਬਰ ਹੈ, ਕਈ ਥਾਵਾਂ ਤੇ ਪੱਗਾਂ ਤੱਕ ਲੱਥ ਗਈਆਂ, ਹੱਥੋਂ-ਪਾਈ ਤੱਕ ਪਹੁੰਚੀ, ਬੂਥ ਕੈਪਚਰਿੰਗ ਦੀਆਂ ਖਬਰਾਂ ਨੇ। ਰਾਜਪੁਰਾ ਤੋਂ ਲੈ ਕੇ ਪੱਟੀ ਤੋਂ ਲੈ ਕੇ ਬਠਿੰਡਾ ਦੇ ਵਿੱਚ ਹੋਰ ਬਹੁਤ ਸਾਰੀਆਂ ਥਾਵਾਂ ਤੇ ਇਸ ਤਰ੍ਹਾਂ ਦੀ ਝੜਪਾਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਤਾਂ ਜਿਹੜਾ ਮੁੱਖ ਮੁਕਾਬਲਾ ਉਹ ਅਕਾਲੀ ਦਲ, ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਦੇ ਨਾਲ 2000 ਦੇ ਕਰੀਬ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਸੀਗੇ। 17 ਤਰੀਕ ਨੂੰ ਨਤੀਜੇ ਆਉਣੇ ਨੇ, ਪਰ ਅੱਜ 9000 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਜਿਹੜੀ ਹੈ ਉਹ ਈਵੀਐਮਸ ਦੇ ਵਿੱਚ ਬੰਦ ਹੋ ਚੁੱਕੀ ਹੈ। ਇਸ ਵੇਲੇ ਸਾਡੇ ਨਾਲ ਕਾਂਗਰਸ ਪਾਰਟੀ ਤੋਂ ਕੇ ਬਾਵਾ, ਆਮ ਆਦਮੀ ਪਾਰਟੀ ਤੋਂ ਐਡਵੋਕੇਟ ਪਰਮਵੀਰ ਸਿੰਘ ਅਤੇ ਅਕਾਲੀ ਦਲ ਤੋਂ ਪ੍ਰਭਜੋਤ ਸਿੰਘ ਢਾਲੀਵਾਲ ਮੌਜੂਦ ਨੇ। ਸੀਨੀਅਰ ਆਗੂ ਨੇ, ਗੱਲਬਾਤ ਕਰਾਂਗੇ ਕਿ ਆਖਿਰ ਕਿਹੜੇ ਮੁੱਦਿਆਂ ਤੇ ਚੋਣ ਹੋਈ ਹੈ, ਹਿੰਸਾ ਕਿਉਂ ਹੋਈ ਹੈ, ਸਵਾਲ ਵੱਡੇ ਇਹੀ ਨੇ। ਸਭ ਤੋਂ ਪਹਿਲਾਂ ਕੇ ਬਾਵਾ ਚੇਅਰਮੈਨ ਨੇ ਤੇ ਕਾਂਗਰਸ ਦੇ ਸੀਨੀਅਰ ਆਗੂ ਨੇ। ਬਾਬਾ ਸਾਹਿਬ, ਸਵਾਲ ਵੱਡਾ ਏ ਕਿਉਂਕਿ ਸੱਤਾਧਾਰੀ ਧਿਰ ਹੈ, 4 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ ਨੇ, ਤੇ ਕਿਉਂ ਕਿ ਤੁਹਾਡੇ ਜਿਹੜੇ ਐਮਐਲਏ ਤੇ ਇਲਜ਼ਾਮ ਲੱਗਦੇ ਨੇ, ਕੁਲਬੀਰ ਸਿੰਘ ਜ਼ੀਰਾ ਤੇ ਇਲਜ਼ਾਮ ਲੱਗਦੇ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਇਲਜ਼ਾਮ ਲੱਗਦੇ ਨੇ, ਜਲਾਲਾਬਾਦ ਦੇ ਵਿੱਚ ਰਮਿੰਦਰ ਸਿੰਘ ਆਵਲਾ ਤੇ ਇਲਜ਼ਾਮ ਲੱਗਦੇ ਨੇ ਕਿ ਧੱਕੇਸ਼ਾਹੀ ਹੋਈ, ਜ਼ਿਆਦਤੀ ਹੋਈ, ਪਰਚੇ ਤੱਕ ਰੱਦ ਕਰਾਤੇ, ਅਕਾਲੀ ਦਲ ਬਾਈਕਾਟ ਕਰ ਗਿਆ। ਗੱਲ ਇਹ ਕੋਈ ਧੱਕੇਸ਼ਾਹੀ ਨਹੀਂ। ਜਿੱਥੇ ਕਿਸੇ ਨੂੰ ਤੇ ਉੱਥੇ ਖੁਦ ਸੁਖਬੀਰ ਸਿੰਘ ਬਾਦਲ ਵੀ ਗਏ, ਹੋਰ ਵੀ। ਮੈਂ ਸਮਝਦਾ ਜਿੱਥੇ ਕੋਈ ਨਹੀਂ ਚਾਹੁੰਦੇ ਜਾਂ ਉਹ ਚਾਹੁੰਦੇ ਨੇ, ਸਮਝਦੇ ਨੇ ਕਿ ਇਹ ਅਸੀਂ ਕਾਂਗਰਸ ਦੇ ਕੈਂਡੀਡੇਟ ਨੂੰ ਜਿਤਾਉਂਦੇ ਆ ਤੇ ਤਾਂ ਸਾਡਾ ਹੋਰ ਵਿਕਾਸ ਵਧੀਆ ਹੋਏਗਾ, ਕਿਉਂਕਿ ਉਹਨਾਂ ਨੂੰ ਪਤਾ ਅਕਾਲੀ ਦਲ ਦੇ, ਆਪ ਦੇ ਜਾਂ ਦੂਸਰਿਆਂ ਦੇ ਕਿਸੇ ਦੇ ਹੱਥ ਪੱਲੇ ਕੁਝ ਨਹੀਂ। ਜਿਹੜੇ ਚੰਗੀ ਸੋਚ ਵਾਲੇ ਲੋਕ ਨੇ ਉਹ ਸਮਝਦੇ ਆ ਕਿ ਸਾਡਾ ਫਿਊਚਰ ਇਸੇ 'ਚ ਹੀ ਆ। ਅਸੀਂ ਜੋ ਸਮਾਂ ਹੈ, ਜੋ ਅਸੀਂ ਕਮੇਟੀ ਨੂੰ ਚੁਣਾਂਗੇ ਤਾਂ ਅਸੀਂ ਹੋਰ ਫੰਡਸ ਲਿਆ ਕੇ ਸਾਡੇ ਸ਼ਹਿਰ ਦਾ ਵਿਕਾਸ ਹੋਏਗਾ। ਇਹ ਲੋਕਾਂ ਦੀ ਆਪਸੀ ਸੋਚ ਹੋ ਸਕਦੀ ਹੈ। ਭਗਵੰਤ ਮਾਨ ਨੇ ਅੱਜ ਟਵੀਟ ਕੀਤਾ, ਫੇਸਬੁੱਕ ਤੇ ਵੀ ਪਾਇਆ ਲਿਖ ਕੇ ਕਿ ਜੇ ਇਸੇ ਤਰ੍ਹਾਂ ਵੋਟਾਂ ਲੁੱਟਣੀਆਂ ਨੇ, ਚੋਣਾਂ ਲੁੱਟਣੀਆਂ ਨੇ, ਫਿਰ ਲੋਕਤੰਤਰ ਦਾ ਕੀ ਫਾਇਦਾ, ਫਿਰ ਇਹਨਾਂ ਚੋਣਾਂ ਦਾ ਫਾਇਦਾ ਕੀ, ਇਸੇ ਤਰ੍ਹਾਂ ਜਿਤਾ ਲਓ। ਦੇਖੋ, ਭਗਵੰਤ ਮਾਨ ਚੁਟਕਲੇ ਸੋਹਣੇ ਸੁਣਾਉਂਦਾ, ਗੱਲਾਂ ਸੋਹਣੀਆਂ ਮਾਰਦਾ, ਅਸੀਂ ਤਾਂ ਉਹਨੂੰ ਵਿਚਾਰੇ ਨੂੰ ਲੋਹੜੀ ਮੇਲੇ ਤੇ ਕਰਕੇ ਵੀ ਲਿਆਉਂਦੇ ਰਹੇ ਆ ਇਹਨਾਂ ਦੀ ਖਾਤਰ ਹੀ। ਐਸੀ ਗੱਲ ਨਹੀਂ, ਗੱਲ ਕਰ ਲੈਣੀ ਜਾਂ ਗੱਲ ਛੱਡ ਦੇਣੀ ਪੁੱਠੀ ਸਿੱਧੀ, ਇਹ ਕੋਈ ਗੱਲ ਨਹੀਂ, ਇਹ ਕੋਈ ਪੋਲੀਟਿਕਸ ਦਾ ਹਿੱਸਾ ਨਹੀਂ। ਅਸਲੀ ਇਹ ਹੈ ਕਿ ਪ੍ਰੈਕਟੀਕਲ ਜੋ ਜ਼ਮੀਨ ਤੇ ਹੈ, ਮੈਂ ਸਮਝਦਾ ਇਹ ਲੋਕਾਂ ਦੀ ਸੋਚ ਆ, ਲੋਕਾਂ ਦਾ ਮਤਦਾਨ ਹੈ। ਲੋਕ ਕਿਸੇ ਨੂੰ ਵੀ ਮਤਦਾਨ ਕਰਦੇ ਆ, ਆਪਣੀ ਸੋਚ ਦਾ ਦਾਨ ਕਰਦੇ ਆ, ਆਪਣੀ ਬੁੱਧੀ ਦਾ ਦਾਨ ਕਰਦੇ ਆ, ਤੇ ਲੋਕਾਂ ਨੂੰ ਕਰਨ ਦਿਓ। ਲੋਕਾਂ ਨੂੰ ਇੰਨੇ ਕੁ ਆਜ਼ਾਦ ਹੋਣੇ ਚਾਹੀਦੇ। ਝੜਪਾਂ ਕਿਉਂ ਅੱਜ ਮੈਂ ਸਮਝਦਾ ਕਿਤੇ ਨਾ ਕਿਤੇ ਤੁਸੀਂ ਇਹ ਦੇਖੋ, ਕਾਂਗਰਸੀ ਕਿਤੇ ਕੁੱਟੇ ਗਏ ਤਾਂ ਫਿਰ ਉੱਥੇ ਕਹੀਏ ਵੀ ਕਾਂਗਰਸੀ ਕਿਉਂ ਕੁੱਟੇ ਗਏ। ਕਿਤੇ ਨਾ ਕਿਤੇ ਕਾਂਗਰਸ ਤੇ ਕਿਤੇ ਅਕਾਲੀ, ਇਹ ਨਹੀਂ ਗੱਲਾਂ ਹੈ। ਇਹ ਕਿਤੇ ਨਾ ਕਿਤੇ ਲੋਕਲ ਕੋਈ ਗਰੁੱਪਬੰਦੀ, ਪੋਲੀਟੀਕਲ ਗਰੁੱਪਬੰਦੀ ਕਿਤੇ ਹੋ ਜਾਂਦਾ। ਪਰ ਰੌਲਾ ਤਾਂ ਇਹ ਵੀ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ, ਸਾਡੇ ਵੱਲੋਂ ਕਿਸੇ ਦੀ ਕੋਈ ਫੇਵਰ ਨਹੀਂ। ਉੱਥੇ ਪੂਰਾ ਇਨਸਾਫ ਮਿਲੂਗਾ। ਜੇ ਕੋਈ ਲੋਕਾਂ ਦੀ ਆਪਸ ਵਿੱਚ ਹੀ ਕਿਤੇ ਝੜਪ ਹੋਊਗੀ, ਕਿਤੇ ਲੜਾਈ ਹੋਊਗੀ, ਉਹ 'ਚ ਮੈਂ ਸਮਝਦਾ ਸਾਡਾ ਕੋਈ ਕਸੂਰ ਨਹੀਂ। ਸਰਕਾਰ ਦਾ ਕੋਈ ਦੋਸ਼ ਨਹੀਂ ਹੈ। ਸਰਕਾਰ ਦਾ ਇਲੈਕਸ਼ਨ ਕਮਿਸ਼ਨ ਫੇਅਰ ਇਲੈਕਸ਼ਨ ਕਰਾ ਰਿਹਾ ਹੈ। ਭਗਵੰਤ ਮਾਨ ਨੇ ਜਿਹੜਾ ਟਵੀਟ ਕੀਤਾ ਜਾਂ ਉਹਨਾਂ ਨੇ ਫੇਸਬੁੱਕ ਤੇ ਲਿਖਿਆ, ਉਹ ਬਹੁਤਾ ਸਹੀ ਨਹੀਂ, ਕਾਂਗਰਸ ਕਹਿ ਰਹੀ ਹੈ। ਰਾਣਾ ਜੀ, 4.25 ਸਾਲ ਦੀ ਨਲਾਇਕ ਮੈਂ ਕਹੂੰਗਾ ਕੈਪਟਨ ਸਰਕਾਰ, ਜਿਹਨੇ ਲੋਕ ਪੱਖੀ ਹੋਣ ਦਾ ਦਾਅਵਾ ਤਾਂ ਜ਼ਰੂਰ ਕੀਤਾ ਹੈ, ਪਰ ਜੇ ਗਰਾਊਂਡ ਤੇ ਵੀ ਗੱਲਾਂ, ਡਾਇਲੌਗਸ ਜਿਹੜੇ ਕੰਧਾਂ ਤੇ ਲਿਖ ਲਾਏ ਨੇ, ਬੱਸ ਅੱਡਿਆਂ ਦੇ ਵੱਡੇ ਲਾਏ ਨੇ, ਬੱਸਾਂ ਤੇ ਵੀ ਲਾਏ ਨੇ ਕਿ ਫਲਾਣੇ ਦੀ ਸਰਕਾਰ, ਧਮਕਾਣੇ ਦੀ ਸਰਕਾਰ, ਜੇ ਕੁਛ ਕੀਤਾ ਹੁੰਦਾ ਤਾਂ ਇਹੋ ਜਿਹੀ ਜ਼ੋਰ ਅਜਮੈਸ਼ੀ ਜਿਹੜੀ ਮਸਲ ਪਾਵਰ ਯੂਜ਼ ਕਰਨ ਦੀ ਬਿਲਕੁਲ ਲੋੜ ਨਾ ਪੈਂਦੀ। ਲੋਕਾਂ ਨੂੰ ਕਹਿੰਦੇ ਵੀ ਅਸੀਂ ਕੰਮ ਕੀਤਾ ਤਾਂ ਸਾਨੂੰ ਕੋਈ ਨਹੀਂ, ਮਸਲ ਪਾਵਰ ਯੂਜ਼ ਹੀ ਨਹੀਂ ਹੋਈ। ਨਹੀਂ, ਫਿਰ ਮੈਨੂੰ ਲੱਗਦਾ ਸਾਰੇ ਮੀਡੀਆ ਚੈਨਲ ਜਾਂ ਅਸੀਂ ਸੋਸ਼ਲ ਮੀਡੀਆ ਤੇ ਕੋਈ ਝੂਠ ਦੇਖ ਰਹੇ ਹਾਂ, ਕਿਤੇ ਹੋਰ ਦੀ ਕਹਾਣੀ, ਇਜ਼ਰਾਈਲ ਵਗੈਰਾ ਦੀ ਕਹਾਣੀ ਵਾਪਰ ਰਹੀ ਹੋਣੀ ਹੈ, ਜੇ ਪੰਜਾਬ 'ਚ ਨਹੀਂ ਕੁਝ ਵਾਪਰ ਰਿਹਾ। ਕੁਝ ਦੇਖ ਰਹੇ ਹੋ ਤੁਸੀਂ? ਪੱਟੀ 'ਚ ਹਿੰਸਾ ਹੋਈ ਹੈ, ਸਮਾਣਾ 'ਚ ਹੋਈ ਹੈ, ਰਾਜਪੁਰਾ ਹੋਈ ਹੈ, ਤੁਸੀਂ ਖੁਦ ਦੱਸ ਕੇ ਹਟੇ ਹੋ, ਅਬੋਹਰ ਹੋਈ ਹੈ, ਜਲਾਲਾਬਾਦ ਹੋਈ ਹੈ, ਫਾਜ਼ਿਲਕਾ ਹੋਈ ਹੈ। ਕਿੱਥੇ ਦਾ ਨਾਮ ਲਈਏ? ਇਹ ਮੈਨੂੰ ਤਾਂ ਲੱਗਦਾ ਜਿਵੇਂ ਯੂਪੀ ਬਿਹਾਰ ਦੀ ਹੁਣ ਤੋਂ 15 ਸਾਲ ਪਹਿਲਾਂ ਸੁਣਦੇ ਸੀ ਇਲੈਕਸ਼ਨਾਂ ਹੋਈਆਂ, ਬੂਥ ਕੈਪਚਰਿੰਗ ਹੋਈ ਆ, ਉਹ ਜੀ ਪੰਜਾਬ ਦੀ ਲੋਕਲ ਇਲੈਕਸ਼ਨ ਚੋਰੀ ਹੈ। ਠੀਕ ਹੈ, ਵੋਟਰ ਦਾ ਮਤ ਕਿੱਥੇ ਆ? ਲੋਕਾਂ ਦੀ ਸੁਣ ਰਿਹਾ ਕੋਈ? ਇੱਥੇ ਤਾਂ ਆਪਣਾ ਡੋਰੂ ਚੱਕ ਕੇ ਵਜਾ ਲਿਆ। ਲੋਕਾਂ ਦਾ ਰਾਜ ਕਿੱਥੇ ਹੈ? ਡੈਮੋਕ੍ਰੇਸੀ ਕਿੱਥੇ ਹੈ? ਡੈਮੋਕ੍ਰੈਟਿਕ ਵੈਲਿਊਜ਼ ਕਿੱਥੇ ਨੇ? ਇਹ ਸਵਾਲ ਹੈ। ਮੁੱਖ ਮੰਤਰੀ ਆਉਂਦੇ ਨੇ, ਮਨੀਸ਼ ਸਿਸੋਦੀਆ ਕਹਿੰਦੇ ਨੇ ਕਿ ਤੁਸੀਂ ਅਕਾਲੀ ਦਲ ਵੀ ਦੇਖ ਲਿਆ, ਕਾਂਗਰਸ ਵੀ ਦੇਖ ਲਈ, ਇਸ ਵਾਰ ਸਾਨੂੰ ਵੀ ਅਜਮਾ ਕੇ ਦੇਖੋ। ਤਾਂ ਕੀ ਲੋਕ ਤੁਹਾਡੀ ਇਸ ਅਪੀਲ ਤੇ ਸੋਚ ਵਿਚਾਰ ਕੀਤਾ? ਅੱਜ ਤੁਹਾਨੂੰ ਕੀ ਲੱਗਿਆ? ਰਾਣਾ ਜੀ, ਪਿੱਛੇ ਕੁਝ ਦਿਨ ਪਹਿਲਾਂ ਹੀ 1 ਸਾਲ ਪੂਰਾ ਹੋਇਆ ਕੇਜਰੀਵਾਲ ਸਰਕਾਰ ਦਾ ਦਿੱਲੀ 'ਚ, ਸ਼ਾਇਦ ਤੁਸੀਂ ਵੀ ਕਵਰ ਕੀਤਾ ਸੀਗਾ, ਤੁਹਾਡੇ ਚੈਨਲ ਨੇ ਵੀ ਦਿੱਲੀ ਇਲੈਕਸ਼ਨ ਕਵਰ ਕੀਤੀ ਸੀ। ਤਾਂ ਹਰ ਸਟੇਜ ਤੋਂ 125-150 ਸਟੇਜ ਤੇ ਜੇ ਅਰਵਿੰਦ ਜੀ ਬੋਲੇ ਸੀ ਤਾਂ ਉਹਨਾਂ ਨੇ ਇਹੀ ਕਿਹਾ ਸੀ ਕਿ ਜੇ ਮੇਰੇ 5 ਸਾਲ ਦਾ ਕੰਮ ਪਸੰਦ ਆਇਆ ਤਾਂ ਮੈਨੂੰ ਵੋਟ ਪਾ ਦਿਓ, ਨਹੀਂ ਤਾਂ ਨਾ ਪਾਇਓ। ਇੱਥੇ ਕੋਈ ਕਹਿ ਰਿਹਾ ਪੰਜਾਬ 'ਚ ਕਿਸੇ ਨੇ ਕਿਹਾ ਵੀ ਪੰਜਾਬ ਸਰਕਾਰ ਦਾ, ਕੈਪਟਨ ਸਰਕਾਰ ਦਾ ਕੰਮ ਪਸੰਦ ਆਇਆ ਸੀ ਤਾਂ ਸਾਨੂੰ ਲੋਕਲ ਬਾਡੀਜ਼ 'ਚ ਵੀ ਚੁਣ ਲਿਓ? ਗੱਲ ਕੀ ਹੈ? ਉੱਥੇ ਪਹਿਲੇ ਜਦੋਂ ਅਸੀਂ 2015 'ਚ ਪਾਵਰ 'ਚ ਆਏ ਸੀ ਦਿੱਲੀ ਦੇ ਵਿੱਚ, ਤਾਂ ਉਦੋਂ ਸ਼ਾਇਦ ਲੋਕਾਂ 'ਚ ਇੱਕ ਭਰਮ ਭੁਲੇਖਾ ਸੀ ਕਿ ਸ਼ਾਇਦ ਇਹ ਕਿਸੇ ਲਹਿਰ 'ਚ ਉੱਠ ਕੇ
ਕਿਸੇ ਉਹ ਜਿਹੇ ਮਸਲੇ 'ਚੋਂ ਇੱਕ ਗੁੰਜਾਇਸ਼ 'ਚੋਂ ਨਿਕਲੀ ਪਾਰਟੀ ਹੈ, ਕਿ ਇੱਕ ਗੁੰਜਾਇਸ਼ 'ਚੋਂ ਨਿਕਲੀ ਪਾਰਟੀ ਹੈ, ਪਰ 5 ਸਾਲ ਦੇ ਕੰਮਾਂ ਤੇ ਓਡੀ ਵੱਡੀ ਮੋਹਰ ਲਾਈ। ਠੀਕ ਆ, ਬੀਜੇਪੀ ਨੇ ਉੱਥੇ ਪੋਲਰਾਈਜੇਸ਼ਨ ਦੀ ਕੋਸ਼ਿਸ਼ ਕੀਤੀ, ਯਮਨਾ ਪਾਰ ਦੰਗੇ ਹੋਏ, ਮਤਲਬ ਯੂਪੀ 'ਚੋਂ ਚੱਕ ਕੇ ਲਾ ਕੇ ਦੰਗੇ ਦਿੱਲੀ 'ਚ ਵੀ ਬਾੜਨ ਦੀ ਕੋਸ਼ਿਸ਼ ਕੀਤੀ ਬੀਜੇਪੀ ਨੇ, ਪਰ ਦਿੱਲੀ ਦੇ ਲੋਕਾਂ ਨੇ ਸਿਆਣਪ ਵਰਤਦੇ, ਡੈਮੋਕ੍ਰੇਸੀ ਬਿਲੀਵ ਕਰਦੇ, ਮੂੰਹ ਤੋੜ ਜਵਾਬ ਦਿੱਤਾ। ਇਹ ਜੀ ਪਾਵਰ ਆਮ ਆਦਮੀ ਪਾਰਟੀ ਦੇ ਉਸ ਤਰ੍ਹਾਂ ਦੇ ਰਿਜ਼ਲਟ ਤੁਹਾਨੂੰ ਲੱਗਦਾ ਉਮੀਦ ਹੈ ਹੁਣ ਪੰਜਾਬ ਚੋਂ ਅੱਜ ਤੁਹਾਨੂੰ 17 ਫਰਵਰੀ ਨੂੰ ਹਾਲਾਂਕਿ ਨਤੀਜੇ ਆਉਣੇ ਨੇ? ਡੈਫੀਨੇਟਲੀ ਜਿਸ ਤਰ੍ਹਾਂ ਨਾਲ 10 ਸਾਲ ਫੇਲੀਅਰ ਸਰਕਾਰ ਰਹੀ ਆ ਅਕਾਲੀ ਦਲ ਦੀ, ਬੀਜੇਪੀ ਦੀ, ਤੇ ਜਿਸ ਤਰ੍ਹਾਂ 4.5 ਸਾਲ ਇਹ ਕਾਂਗਰਸ ਦੀ ਸਰਕਾਰ ਫੇਲ ਰਹੀ ਆ, ਮੈਂ ਨਲਾਇਕ ਸ਼ਬਦ ਤੋਂ ਹੀ ਸ਼ੁਰੂ ਕੀਤਾ ਸੀਗਾ, ਤੇ ਡੈਫੀਨੇਟਲੀ ਤੁਹਾਨੂੰ ਲੱਗਦਾ ਨਹੀਂ ਪ੍ਰਾਪਤੀਆਂ ਕਾਂਗਰਸ ਸਰਕਾਰ ਦੀਆਂ? ਪੰਜਾਬ ਦੀਆਂ ਪ੍ਰਾਪਤੀਆਂ ਤੁਸੀਂ ਨਿਤ ਚੈਨਲ ਤੇ ਦੱਸਦੇ ਹੀ ਹੋ ਜੀ, ਹੁਣ ਮੈਂ ਕਿਹੜੀ ਗਿਣਾਵਾਂ, ਚਿੱਠਾ ਬਹੁਤ ਲੰਬਾ ਜੇ ਕਹਿੰਦੇ ਆਪਾਂ ਮਾੜਾ ਲੈ ਕੇ ਆ ਰਹੇ ਆ ਪ੍ਰਭਜੋਤ ਧਾਲੀਵਾਲ ਨੂੰ ਜ਼ਰੂਰ ਅਸੀਂ ਸਮਾਂ ਦੇਵਾਂਗੇ। ਅਕਾਲੀ ਦਲ ਤੋਂ ਨੇ, ਜਿਸ ਢੰਗ ਦੇ ਨਾਲ ਕਾਂਗਰਸ ਤਾਂ ਮੰਨਦੀ ਹੋਣੀ ਕਿ ਅਸੀਂ ਕਿਤੇ ਕੋਈ ਹਿੰਸਾ ਕਰਵਾਈ ਹੈ ਜਾਂ ਸਾਡੀ ਸ਼ਹਿ ਹੈ, ਇਹ ਆਪਣੇ ਆਪ ਹੋ ਗਿਆ, ਕਹਿੰਦੇ ਸਾਡੇ ਵਾਲੇ ਵੀ ਕੁੱਟੇ ਗਏ ਕਈ ਥਾਵਾਂ ਤੇ। ਮੈਨੂੰ ਤਾਂ ਬਾਬਾ ਜੀ ਬੜੇ ਸ਼ਰੀਫ ਬੰਦੇ ਨੇ, ਪਰ ਇਹਨਾਂ ਦੀ ਮਜਬੂਰੀ ਆ, ਹੁਣ ਕੀ ਕਰਨ, ਬੋਲਣਾ ਪੈਂਦਾ। ਬੜੇ ਸਫਾਈ ਨਾਲ ਕਹਿ ਰਿਹਾ ਵੀ ਕਿਤੇ ਕੋਈ ਹਿੰਸਾ ਨਹੀਂ ਹੋਈ। ਤੁਸੀਂ ਦੱਸੋ ਜੀ, ਨਿਊਜ਼ ਚੈਨਲਾਂ 'ਤੇ ਚੱਲ ਰਿਹਾ, ਗੋਲੀਆਂ ਚੱਲ ਗਈਆਂ। ਸਾਡਾ ਮੁਕਤਸਰ ਤੋਂ ਕੈਂਡੀਡੇਟ ਆ, ਸਵੇਰੇ ਦੀ ਇਲੈਕਸ਼ਨ ਆ, ਰਾਤ ਨੂੰ ਥਾਣੇ ਚੱਕ ਕੇ ਲੈ ਗਏ, ਤੇ ਹਜੇ ਕਹਿੰਦੇ ਵੀ ਧੱਕਾ ਨਹੀਂ ਹੋਇਆ, ਹਿੰਸਾ ਨਹੀਂ ਹੋਈ। ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਤੁਸੀਂ ਝੂਠ ਬੋਲਿਆ ਸੀਗਾ ਜਾਂ ਲਾਰੇ ਲਾਏ ਸੀਗੇ, ਇਹਨਾਂ ਨੇ ਕਹਿਤਾ ਸੀਗਾ ਬਈ, ਤੁਹਾਨੂੰ ਮੈਂ ਹਾਸੇ ਵਾਲੀ ਗੱਲ ਦੱਸਦਾ, ਮੇਰੇ ਨਾਲ ਮੁੰਡਾ ਡਰਾਈਵਰ ਹੁੰਦਾ ਸੀਗਾ, ਉਹ ਕਹਿੰਦਾ ਵੀਰੇ ਵੀ ਸਰਕਾਰ ਕਾਂਗਰਸ ਵਾਲਿਆਂ ਨੇ ਵਾਅਦਾ ਕੀਤਾ ਵੀ ਯਾਰ ਫਾਰਮ ਭਰਤਾ ਮੈਂ ਨੌਕਰੀ ਦਾ, ਵੀ ਮੈਂ ਯਾਰ ਵੋਟ ਤਾਂ ਨਹੀਂ ਪਾਉਂਦਾ ਉਹਨਾਂ ਨੂੰ, ਪਰ ਮੈਂ ਫਾਰਮ ਭਰਤਾ, ਮੈਨੂੰ ਨੌਕਰੀ ਮਿਲ ਜੂ, ਵੀ ਗੁੱਸੇ ਨਾ ਹੋਇਓ। ਮੈਂ ਉਹਨੂੰ ਰੋਜ਼ ਸਵੇਰੇ ਪੁੱਛਦਾ ਜਦੋਂ ਗੱਡੀ ਬਹਿੰਦਾ ਵੀ ਨੌਕਰੀ ਕਿੱਥੇ ਹੈ ਤੇਰੀ, ਤੁਹਾਡੇ ਕੋਲ ਫਾਰਮ ਇੱਥੇ ਫਿਰਦੇ ਹੋਣਗੇ। ਸੋ ਇਹ ਜਿਹੜੇ ਝੂਠ ਬੋਲੇ ਇਹਨਾਂ ਨੇ, ਉਹ ਝੂਠ ਹੁਣ ਸਾਹਮਣਾ ਕਰਨਾ ਪੈਣਾ ਇਹਨਾਂ ਨੂੰ। ਆਮ ਆਦਮੀ ਵਾਲੇ ਵੀਰ ਮੇਰੇ ਕਹਿ ਰਹੇ ਸੀਗੇ, ਇੱਕ ਤਾਂ ਕਾਲੇ ਬਹੁਤ ਨੇ ਨੌਜਵਾਨ ਲੀਡਰ ਨੇ, ਵੀ ਅੱਜ ਅਸੀਂ ਆਏ ਆ ਤੇ ਕੱਲ੍ਹ ਨੂੰ ਸਾਨੂੰ ਮੁੱਖ ਮੰਤਰੀ ਬਣਾ ਦਿਓ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਪਾਰਟੀਆਂ ਬਣਦੀਆਂ, ਗਠਬੰਧਨ ਬਣਦਾ, 1920 ਦੀ ਬਣੀ ਹੋਈ, ਕਦੋਂ ਆ ਕੇ ਸੱਤਾ ਦਾ ਸੁੱਖ ਭੋਗਿਆ। ਅੱਜ ਆਏ ਨੇ ਤੇ ਕੱਲ੍ਹ ਨੂੰ ਕਹਿੰਦੇ ਮੁੱਖ ਮੰਤਰੀ ਬਣਾ ਦਿਓ। ਦਿੱਲੀ 'ਚ ਆਏ ਨੇ, ਕਹਿੰਦੇ ਦਿੱਲੀ 'ਚ ਵੀ ਆਏ ਨੇ। ਮੈਂ ਤਾਂ ਦੱਸਿਆ ਟਰੈਕ ਰਿਕਾਰਡ ਦੀ ਗੱਲ ਕਰਦੇ ਆ। ਤੁਹਾਡਾ ਟਰੈਕ ਰਿਕਾਰਡ ਦਿੱਲੀ ਵਾਲਾ ਨਹੀਂ, ਤੁਹਾਡਾ ਟਰੈਕ ਰਿਕਾਰਡ ਇੱਥੇ ਵਾਲੇ ਲੋਕ ਤੁਹਾਡੇ MLAs ਦਾ ਦੇਖ ਰਹੇ ਆ, ਜਿਨ੍ਹਾਂ ਨੂੰ MLA ਬਣਾਇਆ, ਪੈਸੇ ਆਪਦੇ ਕੋਲੋਂ ਖਰਚੇ, ਮਿਹਨਤ ਆਪ ਕੀਤੀ, 1 ਰੁਪਈਆ ਨਾ ਲੱਗਣ ਨਹੀਂ ਦਿੱਤਾ, ਤੇ MLA ਬਣਨ ਤੋਂ ਬਾਅਦ ਲੋਕਾਂ ਨੂੰ ਲੱਭੇ ਵੀ ਨਹੀਂ ਗਏ। ਕਈ ਤਾਂ ਪਾਰਟੀਆਂ ਛੱਡ ਗਏ, ਪਹਿਲਾਂ ਤਾਂ ਲੋਕਾਂ ਤੋਂ ਪੈਸੇ ਲੈ ਕੇ MLA ਬਣ ਗਏ, ਉਸ ਤੋਂ ਬਾਅਦ ਕਾਂਗਰਸ ਤੋਂ ਪੈਸੇ ਲੈ ਕੇ। ਤੁਸੀਂ ਵੀ ਕਹਿੰਦੇ ਹੋ, ਅਕਾਲੀ ਦਲ ਵੀ ਕਹਿੰਦਾ ਹੈ, ਆਮ ਆਦਮੀ ਪਾਰਟੀ ਵੀ ਕਹਿੰਦੇ ਕਿ ਕਾਂਗਰਸ ਨੇ 4 ਸਾਲਾਂ 'ਚ ਕੀਤਾ ਕੁਝ ਨਹੀਂ, ਪਰ ਕਾਂਗਰਸ ਜਿਹੜੀ ਕਹਿ ਰਹੀ ਹੈ ਕਿ ਅਸੀਂ ਤਾਂ ਵਿਕਾਸ ਦੇ ਨਾਂ ਤੇ ਸ਼ਾਂਤੀ ਦੇ ਨਾਂ ਤੇ ਇਲੈਕਸ਼ਨ ਲੜੀ ਹੈ, ਤੇ ਅਗਲੀ ਵੀ ਇਸੇ ਤੇ ਲੜਨੀ ਹੈ। ਇਹ ਕਾਂਗਰਸ ਦੇ ਲੀਡਰ ਕਹਿ ਰਹੇ ਆ ਜੀ, ਨਾ ਆਮ ਜਨਤਾ ਕਹਿ ਰਹੀ ਹੈ। ਤੁਸੀਂ ਕਾਂਗਰਸ ਦੇ ਵਰਕਰਾਂ ਤੋਂ ਪੁੱਛ ਲਓ, ਉਹ ਕਹਿੰਦੇ ਆ ਵੀ ਅਸੀਂ ਕਿਹੜੇ ਮੂੰਹ ਨਾਲ ਵੋਟ ਮੰਗਣ ਜਾਈਏ, ਕੀਤਾ ਕੀ ਇਹਨਾਂ ਨੇ। ਉਹ ਤਾਂ ਹੁਣ ਮੂੰਹੋਂ ਮੂੰਹ ਹੀ ਕਹਿਣ ਲੱਗੇ ਵੀ ਅਸੀਂ ਮੱਥੇ ਕਿਵੇਂ ਲੱਗਾਂਗੇ। ਤੁਸੀਂ ਦੇਖੋ ਜਦੋਂ ਇਹਨਾਂ ਨੇ ਟਿਕਟਾਂ ਲੈਣੀਆਂ ਇਹਨਾਂ ਨੂੰ, ਹਟੇ ਨੇ ਬਾਬਾ ਸਾਹਿਬ ਕਹਿੰਦੇ ਕਿਸਾਨੀ 'ਚ ਵੀ ਫੇਲ ਹੋਏ ਹੋ ਤੁਸੀਂ, ਤੇ ਸਿੱਖੀ 'ਚ ਵੀ ਫੇਲ। ਮੈਂ ਇਸ ਗੱਲ ਦੀ ਸਿੱਖੀ ਦੀ ਲਾਇਸੈਂਸ ਲੈਣ ਦੀ ਸਾਨੂੰ ਇਹਨਾਂ ਤੋਂ ਲੋੜ ਨਹੀਂ। ਜਿਹੜੇ ਸਿੱਖੀ ਦੇ ਦੁਸ਼ਮਣ ਆ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਘਰਾਂ ਦੇ ਸੁਹਾਗ ਉਜਾੜਤੇ, ਕਿੰਨੇ ਪੁੱਤ ਮਾਰਤੇ, ਇਹਨਾਂ ਤੋਂ ਸਾਨੂੰ ਲਾਇਸੈਂਸ ਲੈਣ ਦੀ ਲੋੜ ਨਹੀਂ। ਮੈਂ ਇਹ ਗੱਲ ਦੀ ਸ਼ੋਰਟ ਹੀ ਦਿੰਦਾ ਵਾਂ ਵੀ ਜਦੋਂ MLA ਇਲੈਕਸ਼ਨ ਖੜਨਗੇ ਨਾ, MLA ਇਹਨਾਂ ਨੇ ਕੈਪਟਨ ਸਾਹਿਬ ਦੀ ਫੋਟੋ ਲਾਉਣ ਤੋਂ ਡਰਨਾ ਵੀ ਅਸੀਂ ਕਿਹੜੇ ਮੂੰਹ ਨਾਲ ਲਾਈਏ ਫੋਟੋ। ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਨਹੀਂ ਹੋਊਗਾ। ਕਲੀਅਰ ਕਹਿਣਾ ਵੀ ਅੱਜ ਇਹ ਗੱਲ ਹੋਊਗੀ, ਜਦੋਂ ਕੈਪਟਨ ਦੀ ਫੋਟੋ ਲਾਉਣਗੇ MLA ਨੇ ਕਹਿਣਾ ਵੀ ਅਸੀਂ ਕਿਸੇ ਹੋਰ ਦੀ ਲਾ ਦਈਏ। ਮੈਨੂੰ ਇਹ ਲੱਗਦਾ ਵੀ 100% ਕੈਪਟਨ ਚਿਹਰਾ ਨਹੀਂ ਹੋਊਗਾ, ਚਿਹਰਾ ਵੀ ਕੋਈ ਹੋਰ ਲਿਆਉਣਗੇ। ਇਹ ਵੀ ਦੇਖ ਲਿਓ, ਪੁੱਛ ਲਓ ਵੀ ਸਾਹਿਬ ਅਕਾਲੀ ਦਲ ਨੂੰ ਵੀ ਤੇ ਆਮ ਆਦਮੀ ਪਾਰਟੀ ਨੂੰ ਵੀ 2022 ਬਹੁਤ ਛੇਤੀ ਆ ਜਾਵੇ, ਉਹ ਕਹਿੰਦੇ ਵੀ ਆ ਜਾਵੇ ਬਸ। ਇਹ ਆਈ ਬੋਰਡ ਬੈਨਰ ਲੱਗਣਗੇ 2022 ਚ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਆਈ ਲੱਗਣਗੇ ਬੋਰਡ ਤੇ, ਕੈਪਟਨ ਆਏਗਾ ਦੁਬਾਰਾ ਮੁੱਖ ਮੰਤਰੀ ਦੀ, ਫੇਰ ਸਹੁੰ ਚੁੱਕੇਗਾ। ਕਹਿੰਦੇ ਕੀਤਾ ਕੁਝ ਨਹੀਂ 4.25 ਸਾਲ। ਦੇਖੋ ਗੱਲ ਇਹ ਆ ਬੈਠੇ ਨੇ ਖੱਬੇ ਪਾਸੇ, ਇਹ ਆਪਣੀਆਂ ਗੱਲਾਂ ਕਰਦੇ ਹਟੇ ਨੇ। ਇਹਨਾਂ ਦੇ ਦਿੱਲੀ ਗਣਵਾਉਂਦੇ ਨੇ, ਦਿੱਲੀ ਮਾਡਲ। ਦਿੱਲੀ ਅਸੀਂ ਤਾਂ ਕਿਸਾਨੀ ਬਿੱਲ ਰੱਦ ਕੀਤੇ, ਇਹਨਾਂ ਨੇ ਪਾਸ ਕੀਤੇ। ਇਹ ਗੱਲਾਂ ਕਿਸਾਨੀ ਦੀਆਂ ਕਰਨਗੇ। ਇਹਨਾਂ ਦੇ 20-22 MLA ਬਣੇ, ਇਹਨਾਂ ਨੇ ਜੋ ਛਿੱਤਰੀ ਡਾਲ ਵੰਡੀ ਆ, ਆਜ਼ਾਦੀ ਤੋਂ ਬਾਅਦ ਕਦੇ ਵੀ ਨਹੀਂ ਇਹ ਜਿਹਾ ਕੁਝ ਹੋਇਆ। ਲੋਕਾਂ ਨੇ ਇਹਨਾਂ ਦੀ ਸੋਚ ਦੇਖ ਲਈ, ਇਹਨਾਂ ਦੀ ਭਾਵਨਾ ਦੇਖੀ। ਤੁਸੀਂ ਲਾਲਚ ਦੇ ਦੂ ਕੇ ਡਰਾ ਡਰੂ ਕੇ ਕਰ ਲਿਆ ਨਾ। ਅਸੀਂ ਲਾਲਚ ਦੇ ਲਿਆ, ਇਹਦਾ ਮਤਲਬ ਸਭ ਨੂੰ ਡਰਾ ਲਿਆ, ਕੁਝ ਨੂੰ ਲਾਲਚ ਦੇ। ਇਹ ਸਾਰੇ ਇਹ ਬਾਜ਼ਾਰ 'ਚ ਵਿਕਣ ਵਾਲੀਆਂ ਭਿੰਡੀਆਂ ਤੋਰੀਆਂ ਹੀ ਸੀਗੀਆਂ ਜਿਹੜੀਆਂ ਐਂ ਵਿਕ ਗਈਆਂ। ਫਿਰ ਇਹਨਾਂ ਦੀ ਸੋਚ ਇੱਥੇ ਹੀ ਖੜੀ ਆ। ਇਹਦਾ ਮਤਲਬ ਕਹਾਂ ਕੁਝ ਪੱਲੇ ਨਹੀਂ ਇਹਨਾਂ ਨੂੰ। ਤੋੜਤੇ ਕਹਿੰਦੇ ਚੁਟਕਲੇ ਪਾਰਟੀ ਆਈ, ਤੁਸੀਂ ਚੁਟਕਲੇ ਸੁਣਾਉਣ ਵਾਲੇ। ਇੱਕ ਜਲੰਧਰੋਂ ਨੇਤਾ ਫੜਿਆ ਹੁਣ ਇਹਨਾਂ ਨੇ ਚੁਟਕਲਿਆਂ ਵਾਲਾ, ਇੱਕ ਸੰਗਰੂਰ ਦਾ ਸੀ। ਅੱਜ ਮੇਰਾ ਮਤਲਬ ਅੱਜ ਲੋਕਾਂ ਨੂੰ ਕੋਈ ਸੋਚ ਦੀ ਲੋੜ ਹੈ। ਲੋਕਾਂ ਨੂੰ ਇਹ 'ਚ ਕੋਈ ਸ਼ੱਕ ਨਹੀਂ, ਮੁੰਡਾ ਸਾਡਾ ਬਹੁਤ ਵਧੀਆ ਨਵਾਂ। ਪ੍ਰਾਪਤੀਆਂ ਦੀ ਗੱਲ ਤੇ ਕਾਂਗਰਸ ਆਉਂਦੀ ਨਹੀਂ। ਪ੍ਰਾਪਤੀਆਂ ਦੀ ਗੱਲ, ਪ੍ਰਾਪਤੀਆਂ ਨੰਬਰ 1 ਗੱਲ ਆਪਾਂ ਕਿਸਾਨੀ ਦੀ ਹੋਈ ਕਰ ਲਈਏ। ਅਸੀਂ ਕਿਹਾ ਕਿ ਅਸੀਂ ਕਰਜ਼ਾ ਮਾਫ ਕਰਾਂਗੇ। ਅਸੀਂ ਤੰਬੂ ਲਾ ਕੇ ਲਿਸਟਾਂ ਬਣਾ ਕੇ ਕਰੋੜਾਂ ਰੁਪਏ ਦਾ ਕਰਜ਼ਾ ਮਾਫ ਕੀਤਾ। 10 ਸਾਲ ਅਕਾਲੀ ਦਲ ਦਾ ਰਾਜ ਰਿਹਾ, ਜੇ 10 ਦਾ ਨੋਟ ਵੀ ਕਰਜ਼ਾ ਮਾਫ ਕੀਤਾ ਹੋਵੇ, ਇਹ ਦੱਸਣ ਇਤਿਹਾਸ ਦੀ ਗੱਲ। ਜੇ ਅਸੀਂ ਕਿਸਾਨੀ ਦੀ ਗੱਲ ਕੀਤੀ, ਅਸੀਂ ਵਪਾਰੀ ਦੀ ਗੱਲ ਕੀਤੀ, ਅਸੀਂ ਆਮ ਬੰਦੇ ਦੀ ਗੱਲ ਕੀਤੀ, ਅਸੀਂ ਸਿਹਤ ਦੀ,
ਕੋਈ ਵਿਭਾਗ ਕੋਈ ਗੱਲ। ਅੱਜ ਪੰਜਾਬ ਦੇ ਲੋਕ ਖੁਸ਼ ਨੇ। ਤੁਸੀਂ ਆ ਕਮੇਟੀਆਂ ਦੀਆਂ ਚੋਣਾਂ ਇੱਕ ਤਰ੍ਹਾਂ ਦਾ ਸ਼ਹਿਰਾਂ ਦਾ ਪਤਾ ਲੱਗ ਜਾਣਾ ਕਿ ਕਿੱਧਰ ਨੂੰ ਸੋਚ ਹੈ। ਸਰਕਾਰਾਂ ਨੂੰ ਆ ਜਾਣਾ ਰਿਜ਼ਲਟ। ਸਰਕਾਰਾਂ ਨੂੰ ਮੈਂ ਕਿਹਾ ਕਾਂਗਰਸੀ ਹਰ ਥਾਂ ਲੱਡੂ ਵੰਡਦੇ ਦਿਖਾਈ ਦੇਣਗੇ। ਕਾਂਗਰਸ ਦੀ ਸ਼ਾਨ ਨਾਲ ਜਿੱਤ ਹੋਏਗੀ। ਅਤੇ ਇਹ ਤਾਂ ਵਿਚਾਰੇ ਚਲੋ ਬੋਲਣ ਨੂੰ ਤਾਂ ਬੋਲ ਸਕਦੇ ਆ, ਸੁਪਨੇ ਲੈਣ ਤੇ ਪਾਬੰਦੀ ਨਹੀਂ। ਇਹੀ ਤਾਂ ਆਜ਼ਾਦ ਦੇਸ਼ ਦਾ, ਇਹੀ ਲੋਕਤੰਤਰ ਦਾ ਸੁਪਨੇ ਲੈਣ ਤੇ ਪਾਬੰਦੀ ਨਹੀਂ, ਸੁਪਨੇ ਲੈਣ ਤੇ ਕੋਈ ਪਾਬੰਦੀ ਨਹੀਂ ਹੈਗੀ। ਹਾਲਾਂਕਿ ਸੁਪਨੇ ਸੱਚ ਕਿੰਨੇ ਕੁ ਹੁੰਦੇ ਨੇ। ਰਾਣਾ ਜੀ ਹੁਣੇ ਮੇਰੇ ਮੇਰੇ ਬਹੁਤ ਸਤਿਕਾਰਯੋਗ ਨੇ ਬਾਬਾ ਸਾਹਿਬ, ਇਹਨਾਂ ਨੇ ਕਿਹਾ ਵੀ ਅਗਲੀ ਵਾਰ ਵੀ 22 ਚ ਵੀ ਇਹੀ ਨਾਰਾ ਹੋਊ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਕੰਧਾਂ ਭਰੀਆਂ ਪਈਆਂ ਸੀਗੀਆਂ ਸਾਰੀਆਂ। ਇਹ ਹੁਣ ਨਾਰਾ ਲੱਗਣਾ, ਭਜਾਉਂਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਇਹ ਦਵਲ ਦੇਣੇ ਆ ਲੋਕਾਂ ਨੇ। ਦੂਜੀ ਗੱਲ, ਇਹਨਾਂ ਨੇ ਗੱਲ ਕੀਤੀ ਕਿ ਦਿੱਲੀ 'ਚ ਬਿੱਲ ਪਾਸ ਹੋ ਗਏ, ਪੰਜਾਬ 'ਚ ਨਹੀਂ ਹੋਏ। ਤੇ ਮੈਂ ਦੱਸਣਾ ਚਾਹੁੰਦਾ ਐਗਰੀਕਲਚਰ ਕਨਕਰੈਂਟ ਲਿਸਟ ਕਨਸਟੀਟਿਊਸ਼ਨ ਦੀ ਦਾ ਮੈਟਰ ਹੈ। ਉਹ 'ਚ ਜਦੋਂ ਕੋਈ ਕਾਨੂੰਨ ਬਣਦਾ ਹੈ ਤਾਂ ਸਟੇਟ ਗਵਰਨਮੈਂਟਸ ਤੇ ਯੂਨੀਅਨ ਗਵਰਨਮੈਂਟ ਇਕੱਠੀ ਬਣਾਉਂਦੀ ਹੈ। ਤਾਂ ਉਹ 'ਚ ਕੈਪਟਨ ਸਾਹਿਬ ਉਸ ਕਮੇਟੀ ਦੇ ਮੈਂਬਰ ਸੀ। ਅਰਵਿੰਦ ਜੀ ਤਾਂ ਸੀਗੇ ਨਹੀਂ, ਅਰਵਿੰਦ ਕੇਜਰੀਵਾਲ ਨਹੀਂ ਸੀਗੇ। ਤਾਂ ਉਹਨਾਂ ਦੀ ਕੈਪਟਨ ਸਾਹਿਬ ਦੀ ਸਹਿਮਤੀ ਨਾਲ ਕਾਨੂੰਨ ਬਣੇ ਨੇ। ਪੁੱਛਿਆ ਨਹੀਂ ਗਿਆ ਮੈਨੂੰ ਕਹਿੰਦੇ ਕੁਝ ਵੀ, ਕਿਉਂਕਿ ਕੈਪਟਨ ਸਾਹਿਬ ਕੀ ਗੱਲ ਜੀ, ਵਿਚਾਰੇ ਇੱਕ ਪੰਚ ਸੀ। ਦੱਸਿਆ ਗਿਆ, ਸਿਰਫ ਪੁੱਛਿਆ ਕੁਝ ਉਹ ਨਹੀਂ। ਵਿਚਾਰੇ ਇੱਕ ਮਹੱਲੇ ਦੇ ਪ੍ਰਧਾਨ ਸੀਗੇ, ਪੰਚ ਸੀ, ਜਿਨ੍ਹਾਂ ਦੀ ਪੁੱਛਗਿੱਛ ਹੀ ਨਹੀਂ ਹੋਈ ਸਰਕਾਰ ਦੇ ਵਿੱਚ। ਕੇਂਦਰ ਐਡੇ ਪਾਵਰਫੁਲ ਸੀਐਮ ਨੇ, ਪੰਜਾਬ ਦੇ ਸੀਐਮ ਨੇ, ਖੇਤੀ ਪ੍ਰਧਾਨ ਸੂਬੇ ਦੇ ਸੀਐਮ ਹੁਣ ਪੰਜਾਬ 'ਚ ਕੇਜਰੀਵਾਲ ਹੋਰਾਂ ਨੇ ਇੱਕ ਕਾਨੂੰਨ ਲਾਗੂ ਕੀਤਾ ਕਿ ਨਹੀਂ ਕੀਤਾ? ਸਰ ਉਹਦੀਆਂ ਕਾਪੀਆਂ ਪਾੜ ਕੇ ਸਿੱਟੀਆਂ, ਸਾਰੀ ਦੁਨੀਆ ਨੂੰ ਪਤਾ ਤੇ ਖਿਲਾਫ ਕੀ ਸਟੈਂਡ ਲਿਆ। ਤੇ ਤੁਸੀਂ ਨਹੀਂ ਦੇਖੋ, ਇਹ ਬਾਬਾ ਸਾਹਿਬ ਆਪਾਂ ਅੱਖਾਂ 'ਚ ਧੂੜ ਨਾ ਪਾਈਏ, ਠੀਕ ਆ, ਆਈ ਵਾਸ਼ ਨਾ ਆਪਾਂ ਦਈਏ। ਤੁਸੀਂ ਦੱਸੋ, ਉਹਦਾ ਜਿਹੜਾ ਪਰਮਿਟ ਬੀਬਾ ਹਰਸਿਮਰਤ ਜੀ ਉਸ ਕੈਬਨਿਟ ਦਾ ਹਿੱਸਾ ਸੀਗੇ ਤੇ ਕੈਪਟਨ ਅਮਰਿੰਦਰ ਸਿੰਘ ਉਸ ਫਾਰਮੂਲੇਸ਼ਨ ਕਮੇਟੀ ਦਾ ਹਿੱਸਾ ਸੀਗੇ। ਉਹ ਵੀ ਕਹਿੰਦੇ ਨੇ ਸਾਬਤ ਕਰ ਦਿਓ, ਕਹਿੰਦੇ ਜੇ ਮੇਰੇ ਕਿਤੇ ਸਿਗਨੇਚਰ ਹੈਗੇ ਨੇ। ਉਹਨਾਂ ਨੇ ਵੀ ਚੈਲੰਜ ਕਰਤਾ। ਤੇ ਨਹੀਂ, ਆਪਾਂ ਸਾਈਨ ਤੱਕ ਜਾਂਦੇ ਨਹੀਂ ਜੀ। ਬੀਬਾ ਜੀ ਨੇ ਹਮਾਇਤ ਕੀਤੀ। ਉਹ ਬਜ਼ੁਰਗ ਬਾਬਾ ਜੀ 95-96 ਸਾਲ ਦੇ, ਬਹੁਤ ਸਤਿਕਾਰਯੋਗ, ਉਹਨਾਂ ਤੋਂ ਚਿੱਠੀ ਪੜਵਾਤੀ। ਆਪਾਂ ਜਵਾਬ ਵੀ ਲੈ ਲਈਏ ਨਾਲ ਹੀ, ਜਵਾਬ ਵੀ ਲੈ ਲਈਏ। ਧਾਲੀਵਾਲ ਸਾਹਿਬ, ਇਹ ਬਹੁਤ ਐਲੀਗੇਸ਼ਨ ਹੈ, ਐਲੀਗੇਸ਼ਨ ਬਹੁਤ ਆ। ਰਾਣਾ ਜੀ ਸਿਰਫ ਬਿੱਲ ਤੇ ਗੱਲ ਕਰਾਂਗੇ ਪਹਿਲਾਂ। ਇਹਦਾ ਜਵਾਬ ਵੈਸੇ ਤਾਂ ਸਾਡੇ ਸਾਰੇ ਲੀਡਰ ਦੇ ਚੁੱਕੇ ਆ, ਦੁਬਾਰਾ ਲੈ ਲਓ ਜੀ। ਕਿਸੇ ਪਾਰਟੀ ਨਾਲ ਸਾਡਾ 35-40 ਸਾਲ ਦਾ ਪੁਰਾਣਾ ਗਠਬੰਧਨ ਆ। ਜਦੋਂ ਪੁਰਾਣਾ ਸਾਡਾ ਗਠਬੰਧਨ ਚੱਲ ਰਿਹਾ, ਉਹ ਸਾਨੂੰ ਬਾਰ-ਬਾਰ ਇਹ ਗੱਲ ਕਹਿ ਰਹੇ ਆ ਵੀ ਤੁਸੀਂ ਵਿਸ਼ਵਾਸ ਦਿਓ, ਜਿਵੇਂ ਤੁਸੀਂ ਕਹੋਗੇ, ਜਦੋਂ ਜਥੇਬੰਦੀਆਂ ਕਹਿਣਗੀਆਂ ਉਸ ਹਿਸਾਬ ਨਾਲ ਬਿੱਲ ਬਣਾਵਾਂਗੇ। ਉਸ ਕਰਕੇ ਅਸੀਂ ਜਥੇਬੰਦੀਆਂ ਨਾਲ ਵੀ ਮੀਟਿੰਗ ਕੀਤੀ, ਸਾਰੀ ਗੱਲਬਾਤ ਕੀਤੀ। ਜਦੋਂ ਉਹਨਾਂ ਨੇ ਦੱਸਿਆ ਸਾਨੂੰ ਵੀ ਇਹ ਨਹੀਂ ਕਰ ਰਹੇ, ਜਦੋਂ ਕਹਿੰਦੇ ਆਸ਼ਵਾਸਨ ਦਿੰਦੇ ਸੀ ਵੀ ਕਰਾਂਗੇ, ਜਦੋਂ ਉਹਨਾਂ ਨਹੀਂ ਕੀਤਾ, ਤੁਸੀਂ ਦੱਸੋ ਸਹੀ ਜੀ, 35 ਸਾਲ 4 ਸਾਲ ਹਜੇ ਕੈਬਨਿਟ ਦੇ ਪਏ ਆ, ਅਸਤੀਫਾ ਦਿੱਤਾ ਕਿ ਨਹੀਂ ਦਿੱਤਾ? ਉਸ ਤੋਂ ਬਾਅਦ ਬੀਬਾ ਜੀ ਕੱਲ ਵੀ ਬੋਲੇ ਉੱਥੇ, ਪਰਸੋਂ ਉਹਦੇ ਦੇ ਵੀ ਹਰੇਕ ਦੇ ਘਰ ਘਰ ਜਾ ਕੇ, ਰਾਜਨਾਥ ਦੇ ਘਰੇ, ਰਾਜਨਾਥ ਸਾਹਮਣੇ ਬੈਠਾ ਸੀ, ਰਾਜਨਾਥ ਦੇ ਘਰੇ ਜਾ ਕੇ ਵੀ ਤੁਹਾਨੂੰ ਕਿਹਾ ਵੀ ਮੋੜੋ। ਹੁਣ ਜੇ ਅਸੀਂ ਵਿੱਚ ਬੈਠੇ, ਸਾਡਾ ਫਰਜ਼ ਬਣਦਾ ਸੀਗਾ, ਜੇ ਅਸੀਂ ਗਠਬੰਧਨ ਦੇ ਵਿੱਚ ਸੀ, ਸਾਡਾ ਫਰਜ਼ ਬਣਦਾ ਸੀ ਉਹਨਾਂ ਦੀ ਆਵਾਜ਼ ਉਠਾਉਣੀ ਆ। ਜਦੋਂ ਕੋਈ ਹੱਲ ਨਾ ਹੋਇਆ, ਫੇਰ ਅਸਤੀਫਾ ਦਿੱਤਾ ਵਾ। ਉਸ ਤੋਂ ਪਹਿਲਾਂ ਅਸੀਂ ਆਵਾਜ਼ ਉਠਾਈ ਆ। ਇਸ ਕਰਕੇ ਇਹ ਗੱਲਾਂ ਹੁਣ ਲੋਕਾਂ ਨੂੰ ਸਾਰੇ ਸਮਝ ਆ ਚੁੱਕੀਆਂ ਨੇ। ਵੱਡੇ ਜਿਹੜੇ ਬੀਜੇਪੀ ਦੇ ਕਹਿੰਦੇ ਕਹਾਉਂਦੇ ਲੀਡਰ ਆ, ਉਹਨਾਂ ਨੂੰ ਨਹੀਂ ਪੁੱਛਿਆ ਯਾਰ, ਬੀਬਾ ਤਾਂ ਸਾਡੇ ਫਿਰ 20-25ਵੇਂ ਥਾਂ ਤੇ ਆਉਂਦੀ ਆ। ਕਰੋਨਾ ਹੋਇਆ, ਬਾਹਰਲੇ ਮੁਲਕਾਂ ਜਿੱਥੇ ਨੌਜਵਾਨ ਫਸੇ, ਬੀਬਾ ਸਾਈਪ੍ਰਸ ਤੋਂ, ਮਲੇਸ਼ੀਆ ਤੋਂ ਨੌਜਵਾਨ ਲੈ ਕੇ ਨਹੀਂ ਆਈ। ਜਿੱਥੇ ਕਿਤੇ ਲੜਾਈ ਹੁੰਦੀ ਆ, ਜਿੱਥੇ ਕਿਤੇ ਸਿੱਖ ਦੀ ਜਾਂ ਪੱਗ ਦੀ ਲੜਾਈ ਹੁੰਦੀ ਆ, ਤਾਂ ਬੀਬਾ ਹਰਸਿਮਰਤ ਕੌਰ ਆਵਾਜ਼ ਨਹੀਂ ਚੱਕਦੀ। ਜੇ ਅਸੀਂ ਮਿਨਿਸਟਰੀ ਦੇ ਵਿੱਚ ਰਹੇ ਆ ਤਾਂ ਪੰਜਾਬੀਆਂ ਦੇ ਹੱਕਾਂ ਵਾਸਤੇ ਲੜਾਈ ਲੜਦੇ ਰਹੇ ਆ। ਤਾਂ ਕਰਕੇ ਮਿਨਿਸਟਰੀ ਦੇ ਵਿੱਚ ਇਹਨਾਂ ਵਾਂਗੂ ਸਿਰਫ ਮਖੌਟਾ ਨਹੀਂ ਪਾਇਆ। ਮੁੜ ਤੋਂ ਮੈਂ ਮਿਊਨਿਸਪਲ ਇਲੈਕਸ਼ਨ ਤੇ ਆਵਾਂ, ਫਿਰ ਪਰਮਵੀਰ ਲੈਣਾ ਤੁਹਾਤੋਂ ਵੀ ਜਵਾਬ। ਗੱਲ ਇਹੀ ਹੈ ਕਿ ਜਿਹੜੀ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਹਿੰਸਾ ਕਿਉਂ ਹੋਈ ਹੈ? ਸਵਾਲ ਸਭ ਤੋਂ ਵੱਡਾ ਇਹ ਹੈ, ਤੁਸੀਂ ਵੀ ਕਿਹਾ ਕਿ ਬਿਹਾਰ ਦਾ ਮਾਡਲ ਜਿਹੜਾ ਉਹ 15 ਸਾਲ ਪਹਿਲਾਂ ਬੂਥ ਕੈਪਚਰਿੰਗ ਹੁੰਦੀ ਸੀਗੀ, ਉਹ ਪਹਿਲਾਂ ਅਕਾਲੀ ਦਲ ਦੇ ਸਮੇਂ ਤੇ ਇਲਜ਼ਾਮ ਲੱਗਦੇ ਰਹੇ, ਹੁਣ ਕਾਂਗਰਸ ਤੇ। ਇਹ ਹੁੰਦਾ ਕਿਉਂ ਹੈ? ਜਿਹੜੀ ਫੇਅਰ ਇਲੈਕਸ਼ਨ ਹੁੰਦੀ ਕਿਉਂ ਨਹੀਂ ਹੈਗੀ? ਸਵਾਲ ਇਹੀ ਹੈ। ਰਾਣਾ ਜੀ, ਜਦੋਂ ਸਾਡੇ ਦੇਸ਼ ਦੀ ਡੈਮੋਕ੍ਰੇਸੀ ਦੇ ਵਿੱਚ ਇਲੈਕਟਰਲ ਆਇਆ ਜ਼ਮੀਨੀ ਪੱਧਰ ਤੇ, ਜਿਹਨੂੰ ਅਸੀਂ ਲੋਕਲ ਬਾਡੀਜ਼ ਕਹਿੰਦੇ ਆ, ਉਹਦੀ ਜਦੋਂ ਇੰਟਰੋਡਕਸ਼ਨ ਆਈ ਤਾਂ ਉਹਦਾ ਇੱਕੋ ਜਿਹੜਾ ਨਿਸ਼ਾਨਾ ਸੀਗਾ, ਉਹਦਾ ਏਜੰਡਾ ਸੀਗਾ ਕਿ ਨੀਚਲੇ ਪੱਧਰ ਤੱਕ ਡੈਮੋਕ੍ਰੇਸੀ ਸਟਰੋਂਗ ਹੋਵੇ, ਲੋਕਾਂ ਨੂੰ ਡਿਵੈਲਪਮੈਂਟ ਮਿਲੇ ਪੇਂਡੂ ਖੇਤਰ ਤੱਕ, ਤੇ ਸ਼ਹਿਰਾਂ 'ਚ ਜਿਹੜੀਆਂ ਛੋਟੀਆਂ ਕੌਂਸਲਾਂ ਨੇ, ਜਿਵੇਂ ਨਗਰ ਕੌਂਸਲਾਂ ਨੇ ਜਾਂ ਨਗਰ ਪੰਚਾਇਤਾਂ ਨੇ, ਉਹਦਾ ਮੰਤਵ ਸੀ ਇੱਕ, ਤਾਂ ਕਿ ਲੋਕ ਤੰਤਰ ਮਜ਼ਬੂਤ ਹੋਵੇ, ਲੋਕਾਂ ਦੀ ਸੁਣੀ ਜਾਵੇ, ਉਹ ਆਪਣੇ ਨਿਚਲੇ ਪੱਧਰ ਤੇ ਵੀ ਵੋਟਾਂ ਪਾ ਕੇ ਲੋਕਾਂ ਨੂੰ ਚੁਣ ਸਕਣ, ਜਿਹੜੇ ਉਹਨਾਂ ਦੀ ਨੁਮਾਇੰਦਗੀ ਕਰਨ, ਉਹਨਾਂ ਨੂੰ ਐਮਪਾਵਰ ਕਰਨ ਦੀ ਗੱਲ ਕਰਨ। ਪਰ ਹੋ ਕੀ ਰਿਹਾ, ਕਿਉਂਕਿ ਇਹ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ, ਕੇਂਦਰ ਦਾ ਨਹੀਂ। ਹੁਣ ਤੱਕ ਕੇਂਦਰ ਇਲੈਕਸ਼ਨ ਕਮਿਸ਼ਨ ਤੇ ਵੀ ਕਹੇ ਜੇ ਸਵਾਲ ਉੱਠ ਗਏ, ਆਪਾਂ ਨੂੰ ਤੇ ਮਤਲਬ ਆਪਾਂ ਵੱਖਰੀ ਬਹਿਸ ਰੱਖ ਲਈਏ ਤਾਂ ਬਹੁਤ ਚੰਗੀ ਗੱਲ ਹੈ, ਇਹੀ ਸਾਥੀ ਆ ਜਾਣ, ਆਪਾਂ ਇੱਥੇ ਖੁੱਲ੍ਹ ਕੇ ਬਹਿਸ ਕਰਾਂਗੇ। ਪਰ ਸਟੇਟ ਇਲੈਕਸ਼ਨ ਕਮਿਸ਼ਨ ਟੋਟਲ ਦਾ ਟੋਟਲ, ਅੱਜ ਦਾ ਪੁਲਿਸ ਨੇ ਕਾਂਗਰਸ ਵਰਕਰਾਂ ਦੇ ਪੱਖ ਦੀ ਗੱਲ ਕੀਤੀ, ਪੁਲਿਸ ਐਂ ਲੱਗ ਰਹੀ ਸੀ ਜਿਵੇਂ ਕਾਂਗਰਸ ਦੇ ਵਰਕਰ ਹੋਣ, ਹੈ ਜੀ। ਸਾਰੀ ਪੁਲਿਸ ਨੇ ਇੱਦਾਂ ਵਰਕ ਕੀਤਾ ਤੇ ਬਾਕੀ ਪਾਰਟੀਆਂ ਨੇ ਲੋਕਾਂ ਨੂੰ ਧੱਕੇ ਮੁੱਕੇ ਦੇ ਕੇ ਬਾਹਰ ਕੱਢਿਆ, ਉਹਨਾਂ ਦੇ ਵੋਟਰਸ ਨੂੰ ਨਹੀਂ ਵੜਨ ਦਿੱਤਾ। ਇੱਦਾਂ ਦੀ ਬੂਥ ਕੈਪਚਰਿੰਗ, ਮੈਂ ਫੇਰ ਕਹਿੰਦਾ, ਯੂਪੀ ਬਿਹਾਰ ਵਰਗੇ ਹਾਲਾਤ ਅੱਜ ਕਰਤੇ। ਜੇ ਤੁਹਾਡਾ ਇੰਨਾ ਹੀ ਕੰਮ ਕੀਤਾ ਸਟਰੋਂਗ ਸੀ ਤਾਂ ਤੁਸੀਂ ਖੁੱਲ੍ਹ ਕੇ ਆਪਣੇ ਕੰਮ ਤੇ ਵੋਟ ਮੰਗੋ ਨਾ। ਇਹ ਕੁਛ ਕਰਨ ਦੀ, ਇਹ ਨਲਾਇਕ ਬੱਚੇ ਜਿਵੇਂ ਉਹ ਨਕਲ ਦਾ ਸਹਾਰਾ ਨਹੀਂ ਲੈਂਦੇ ਹੁੰਦੇ ਜੀ। ਹੁਸ਼ਿਆਰ ਬੱਚਾ ਕਦੇ ਨਕਲ ਨਹੀਂ ਮਾਰਦਾ, ਨਲਾਇਕ ਬੱਚੇ ਨਕਲ ਦਾ ਸਹਾਰਾ ਲੈਂਦੇ। ਹੁਣ ਇਹ ਨਕਲ ਦਾ ਸਹਾਰਾ ਬਹੁਤ ਵਾਰ ਕਿਹਾ ਪਰਮਵੀਰ ਨੇ ਤੁਹਾਡੀ ਸਰਕਾਰ ਨੂੰ ਨਲਾਇਕ, ਕਹਿੰਦੇ ਸਰਕਾਰ ਵੀ ਹੈ ਤੇ ਨਲਾਇਕ ਕੈਂਡੀਡੇਟ। ਇਹ ਗੱਲ ਆ, ਭਗਵੰਤ ਮਾਨ ਹੈ, ਇਹ ਬੱਚੇ ਨੇ
ਇਹ ਕੋਈ ਨਾ ਕੋਈ ਐਸੇ ਸ਼ਬਦ ਲੱਭ ਕੇ ਲਿਆਉਂਦੇ ਜਿਹੜੇ ਲੋਕ ਸੁਣ ਕੇ ਖੁਸ਼ ਹੋਣ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਸ਼ਬਦ ਨਹੀਂ ਬੋਲਣੇ ਚਾਹੀਦੇ, ਨਾ ਚੈਨਲ ਤੇ ਨਾ ਤੁਸੀਂ, ਇਹ ਕੋਈ ਭਾਸ਼ਾ ਨਹੀਂ ਹੈ। ਜਦ ਕਿ ਪੜ੍ਹੇ ਲਿਖੇ ਨੌਜਵਾਨ ਵਕੀਲ ਆ, ਸਾਡਾ ਤਾਂ ਭਾਣਜਾ ਲੱਗਦਾ, ਤੇ ਇਹਨੂੰ ਐਸਾ ਨਹੀਂ ਬੋਲਣਾ ਚਾਹੀਦਾ ਜਿਹੜੇ ਕਿ ਸ਼ਬਦ ਅਨੁਕੂਲ ਨਾ ਹੋਣ। ਮੈਂ ਸਮਝਦਾ ਕਿ ਇਹਨਾਂ ਲੋਕਾਂ ਨੇ ਜਿੱਥੇ ਹੁਣ ਕਹਿੰਦੇ ਬੂਥ ਕੈਪਚਰਿੰਗ, ਇੱਕ ਮਿੰਟ ਪਹਿਲਾਂ ਤਾਂ ਇਹਦਾ ਆਪਾਂ ਮਤਲਬ ਹੀ ਕੱਢ ਲਈਏ। ਬੂਥ ਕੈਪਚਰ ਕਰਨਾ, ਮੈਨੂੰ ਇੱਕ ਦੱਸਿਓ ਜੀ ਕਿਹੜਾ ਕੀਤਾ ਪੰਜਾਬ 'ਚ, ਇੱਕ ਦੱਸ ਦਿਓ, ਇੱਕ ਬੂਥ ਕੈਪਚਰ ਕੀਤਾ ਦੱਸ ਦਿਓ, ਇੱਕ ਬੂਥ। ਦੀਨਾਨਗਰ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ। ਬੂਥ ਕੈਪਚਰ ਇੱਕ ਵੀ ਨਹੀਂ ਹੋਇਆ, ਬੂਥ ਕੈਪਚਰ ਨਹੀਂ ਹੋਇਆ। ਬੂਥ ਦੇ ਬਾਹਰ ਕਿਸੇ ਦੀ ਤੂੰ ਮੈਂ ਹੋ ਗਈ, ਕਿਸੇ ਦੀ ਲੜਾਈ ਹੋ ਗਈ, ਕਿਉਂਕਿ ਅਕਾਲੀ ਲੜਨ ਨੂੰ ਤਕੜੇ ਨੇ, ਸਾਡੇ ਲੋਕ ਆਮ ਹੀ ਆ, ਕਾਂਗਰਸੀ ਨਰਮ ਗਿਣੇ ਜਾਂਦੇ ਆ, ਸਿਆਣੇ ਗਿਣੇ ਜਾਂਦੇ ਆ, ਤੇ ਇਹ ਲੜਨ ਨੂੰ ਕਿਤੇ ਨਾ ਕਿਤੇ ਲੜ ਪਏ ਹੋਣਗੇ ਸਾਡੇ ਲੋਕਾਂ ਨਾਲ। ਸਾਡੇ ਕੀ ਬਸ ਦੀ ਗੱਲ ਆ, ਐਸਾ ਕੁਛ ਇਹਨਾਂ ਨੇ, ਕਿਉਂਕਿ 10 ਸਾਲ ਲੋੜ ਨਹੀਂ, ਧੱਕੇਸ਼ਾਹੀਆਂ ਕਰਦੇ ਰਹੇ। ਕਾਂਗਰਸ ਨੂੰ ਧੱਕੇਸ਼ਾਹੀ ਦੀ, ਹਾਂ, ਕਾਂਗਰਸ ਨੂੰ ਲੋੜ ਨਹੀਂ। ਕਿਉਂ ਕਰਾਂਗੇ? ਅਸੀਂ ਵਿਕਾਸ ਦੇ ਨਾਂ ਤੇ ਵੋਟਾਂ ਮੰਗਦੇ ਆ, ਤੇ ਵਿਕਾਸ ਦੇ ਨਾਂ ਤੇ 17 ਨੂੰ ਜਿੱਤਾਂਗੇ, ਪੂਰੀ ਸ਼ਾਨ ਨਾਲ ਜਿੱਤਾਂਗੇ। ਧਾਲੀਵਾਲ ਸਾਹਿਬ ਦੱਸ ਦਿਓ। ਮੈਂ ਤਾਂ ਇਹਨਾਂ ਦੀ ਪਹਿਲਾਂ ਬੂਥ ਕੈਪਚਰਿੰਗ ਵਾਲੀ ਗੱਲ ਦਾ ਜਵਾਬ ਦਿੰਦਾ। ਇਹ ਕਹਿੰਦੇ ਬੂਥ ਕੈਪਚਰਿੰਗ ਕਿਤੇ ਨਹੀਂ ਹੋਈ। ਇਹਨਾਂ ਦੀ ਤਾਂ ਉਹ ਗੱਲ ਹੋ ਗਈ ਵੀ ਮਰਿਆ ਨਹੀਂ ਆਕੜਿਆ ਵਾ, ਵੀ ਬਾਕੀ ਤੁਸੀਂ ਸਾਰਾ ਕੁਝ ਕਰਤਾ, ਬੰਦੇ ਨੂੰ ਕੈਂਡੀਡੇਟ ਨੂੰ ਚੱਕ ਕੇ ਲੈ ਕੇ ਜਿੰਦਾ ਲਾਤਾ, ਪਰਚੇ ਦਰਜ ਕਰਤੇ, ਉਹਨੂੰ ਗੋਲੀਆਂ ਮਾਰ ਕੇ ਵੀ ਮਾਰਤਾ, ਗੱਡੀ ਵੀ ਚੜਾਤੀ, ਪਰ ਬੂਥ ਕੈਪਚਰਿੰਗ ਇੱਕ ਨਹੀਂ ਇਸ ਹੋਈ। ਗੱਲ 'ਚ ਕਿੰਨੀ ਸੱਚਾਈ ਆ? ਬਹੁਤ ਵਾਰ ਅਕਾਲੀ ਦਲ ਇਲੈਕਸ਼ਨ ਕਮਿਸ਼ਨ ਕੋਲੇ ਗਿਆ ਕਿ ਸਾਡੇ ਕਾਗਜ਼ ਰੱਦ ਕਰਤੇ, ਸਾਡੇ ਕਾਗਜ਼ ਰੱਦ ਕਰਤੇ, ਸਾਨੂੰ ਡਰਾਵੇ ਦਿੱਤੇ ਜਾ ਰਹੇ ਨੇ ਐਸਐਚਓ ਦੇ ਵੱਲੋਂ, ਡੀਐਸਪੀ ਦੇ ਵੱਲੋਂ ਕਿ ਪਰਚੇ ਪਾ ਦਾਂਗੇ, ਨਾ ਖੜੋ। ਇਹ ਸੱਚਾਈ ਹੈ ਕੁਛ? ਮੈਂ ਤੁਹਾਨੂੰ ਕਹਿੰਦਾ ਵੀ ਜੇ ਅਸੀਂ ਝੂਠ ਬੋਲਦੇ ਆ, ਇਹ ਖੁੱਲ ਕੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ ਵੀ ਆਹ ਅਸੀਂ ਪਰਚਾ ਨਹੀਂ ਕੀਤਾ, ਦਿਖਾਓ ਪਰਚਾ ਕਿੱਥੇ ਹੈ। ਐਫਆਈਆਰ ਦੀ ਕਾਪੀਆਂ ਲੈ ਕੇ ਬੈਠਦੇ ਆ ਨਾ ਅਸੀਂ, ਫਲੈਸ਼ ਚੱਲਦੀ ਜਿਹੜੀ ਟੀਵੀ ਤੇ ਆਥੈਂਟਿਕ ਜਿਹੜੀ ਗੱਲ ਹੁੰਦੀ ਉਹਦੀ ਫਲੈਸ਼ ਚੱਲਦੀ ਹੈ ਨਾ। ਮੈਂ ਕਹਿੰਦਾ ਜੀ, ਇਹ ਬਿੱਟੂ ਜੀ ਦੀ ਗੱਲ ਕਰ ਰਹੇ ਸੀ, ਕੈਪਟਨ ਸਾਹਿਬ ਦੀ ਗੱਲ ਕਰ ਰਹੇ ਸੀ ਵੀ ਉਦਾਂ ਹੀ ਫੋਟੋਆਂ ਲੱਗਣਗੀਆਂ। ਕੈਪਟਨ ਸਾਹਿਬ ਨੇ ਕਿਹਾ ਸੀ ਵੀ ਘਰ ਘਰ ਨੌਕਰੀ ਪੱਕੀ, ਪਤਾ ਨਹੀਂ ਕੀ ਬਣਾਇਆ ਸੀਗਾ। ਤੁਸੀਂ ਪੁੱਛੋ ਵੀ ਲੁਧਿਆਣੇ ਸ਼ਹਿਰ 'ਚ ਬੈਠੇ ਇੱਥੇ ਕਿੰਨੇ ਨੌਜਵਾਨ ਵੀਰੇ ਤੁਹਾਡੇ ਉਹ ਕੰਮ ਕਰ ਰਹੇ ਆ। ਕਹਿੰਦੇ ਰਹਿੰਦੇ ਸਾਡਾ ਆਹ ਸਾਲ ਰਹਿੰਦਾ ਕਰ ਦਾਂਗੇ। ਕਿਸੇ ਨੂੰ ਸਰਕਾਰੀ ਨੌਕਰੀ ਮਿਲੀ ਆ, ਇੰਨੇ ਬੈਠੇ ਤੁਹਾਡੇ ਕੋਲੇ। ਜੇ ਦਿੱਤੀ ਤਾਂ ਬਿੱਟੂ ਜੀ ਨੂੰ ਦਿੱਤੀ, ਜਿਨ੍ਹਾਂ ਦੇ ਸ਼ੁਭ ਚਿੰਤਕ ਨੇ ਇਹ। ਇੱਕ ਭਰਾ ਉਹਨਾਂ ਦਾ ਵਿਹਲਾ ਸੀ, ਉਹਨੂੰ ਵੀ ਦੇਤੀ। ਸੋ ਇੰਨਾ ਝੂਠ ਬੋਲ ਕੇ ਲੋਕਾਂ ਨੂੰ ਕਿਹੜਾ ਮੂੰਹ ਲੈ ਕੇ ਜਾਣਗੇ ਜੀ? ਤੇ ਬੇਅਦਬੀ ਦੇ ਇਲਜ਼ਾਮ, ਕਦੇ ਨਸ਼ੇ ਦੇ ਇਲਜ਼ਾਮ, ਕਦੇ ਕੋਈ ਇਲਜ਼ਾਮ। 4.5 ਸਾਲ ਲੰਘ ਗਏ, ਫੜ ਕੇ ਅੰਦਰ ਕਿਉਂ ਨਹੀਂ ਦਿੰਦੇ? ਸਾਨੂੰ ਵੀ ਪਤਾ ਲੱਗੇ ਵੀ ਸਾਡੇ ਲੀਡਰ ਮਾੜੇ ਨੇ। ਸੋ ਇਹ ਬਲੇਮ ਗੇਮ ਨਾ ਕਰੋ। ਕਿਸੇ ਦੇ ਚਰਿੱਤਰ ਤੇ ਦਾਗ ਲਾਉਣਾ ਬਹੁਤ ਸੌਖਾ, ਵੀ ਫਲਾਣੇ ਪਰਚੇ ਕਰਦੇ, ਫਲਾਣੇ ਕਰਦੇ। ਪ੍ਰੂਵ ਕਰੋ। ਜੇ ਪ੍ਰੂਵ ਕਰਦੇ ਹੋ ਤਾਂ ਸਾਨੂੰ ਚੱਕ ਕੇ ਅੰਦਰ ਦਿਓ, ਸਾਨੂੰ ਵੀ ਪਤਾ ਲੱਗੇ ਵੀ ਅਸੀਂ ਗਲਤ ਆ। ਸੋ ਇਹ ਝੂਠੀਆਂ ਗੱਲਾਂ ਲੋਕਾਂ ਨੇ ਨਹੀਂ, ਬਹੁਤ ਹੋ ਗਿਆ। ਦੂਜੀ ਗੱਲ, ਜਿਹੜਾ ਧੱਕਾ ਕਰ ਰਹੇ ਆ, ਬਾਰ-ਬਾਰ ਇਹੀ ਗੱਲ ਕਹਿ ਰਿਹਾ ਵੀ ਸਾਡਾ ਪ੍ਰਧਾਨ ਤਾਂ ਸਰਕਾਰ ਹੈ ਨਹੀਂ, ਫਿਰ ਵੀ ਵਰਕਰ ਦੇ ਨਾਲ ਆ ਕੇ ਖੜ ਜਾਂਦਾ। ਤੁਹਾਡੇ ਆੜੇ ਰਾਜਿਆਂ ਲੱਭਣਾ ਨਹੀਂਗਾ, ਮੁੜ ਕੇ ਤੁਹਾਡੇ ਵਰਕਰ ਟਾਰਗੇਟ ਹੋਣੇ, ਜਿਹੜੇ ਐਮਸੀ ਚੋਣਾਂ ਲੜ ਰਹੇ ਨੇ, ਬਾਂਹ ਖੜੀਆਂ ਕਰਕੇ ਟਾਰਗੇਟ ਉਹਨਾਂ ਨੇ ਹੋਣਾ। ਕਿ ਕੌਣ ਧੱਕਾ ਕਰ ਰਿਹਾ ਹੈ, ਕਿਹਨੇ ਵਾਅਦੇ ਪੂਰੇ ਕੀਤੇ, ਕਿਹਨੇ ਨਹੀਂ ਕੀਤੇ ਵਾਅਦੇ ਪੂਰੇ। ਰਾਣਾ ਜੀ, ਮੇਰੇ ਜਿਹੜੇ ਦੋਨੇ ਪਾਰਟੀਆਂ ਦੇ ਕਾਊਂਟਰ ਪਾਰਟਸ ਨੇ, ਹੁਣੇ ਪਰਚਾ ਵਰਸਸ ਪਰਚਾ ਚੱਲ ਰਿਹਾ ਸੀ, ਹਾਂਜੀ। ਵੈਂਡੇਟਾ ਪੋਲਿਟਿਕਸ ਦੀ ਜਿਹੜੀ ਭਾਵਨਾ ਬਹੁਤ ਵੱਡੇ ਪੱਧਰ ਤੇ ਸਾਫ਼-ਸਾਫ਼ ਕ੍ਰਿਸਟਲ ਕਲੀਅਰ ਨਿਕਲ ਕੇ ਆਈ ਹੈ। ਮੇਰੀ ਬੇਨਤੀ ਹੈ, ਪੰਜਾਬ ਬਹੁਤ ਪਿੱਛੇ ਜਾ ਚੁੱਕਿਆ ਹੈ। ਅਸੀਂ ਐਡਾ ਨੁਕਸਾਨ ਝੱਲ ਚੁੱਕੇ ਹਾਂ, ਹੁਣ ਗੁੰਜਾਇਸ਼ ਨਹੀਂ ਸਾਡੇ ਕੋਲ ਨੁਕਸਾਨ ਝੱਲਣ ਦੀ। ਮਾੜਾ ਮੋਟਾ ਆਪਾਂ ਸੰਵੇਦਨਸ਼ੀਲਤਾ ਦੇ ਨਾਲ ਪੰਜਾਬ ਦਾ ਇੱਕ ਵਿਜ਼ਨ ਕ੍ਰੀਏਟ ਕਰੀਏ, ਚਾਹੇ ਰਲ ਕੇ ਕਰ ਲਈਏ। ਤੇ ਥੋਤੋਂ ਨਹੀਂ ਹੁੰਦਾ ਤਾਂ ਤੁਸੀਂ ਹੱਥ ਜੋੜ ਲਓ, ਮਾੜੀ ਮੋਟੀ ਕਿਸੇ ਦੀ ਹੈਲਪ ਲੈ ਲਈਏ। ਬਹੁਤ ਬੁੱਧੀਜੀਵੀ ਲੋਕ ਨੇ, ਬਾਬਾ ਸਾਹਿਬ ਇਟਸੈਲਫ ਬਹੁਤ ਬੁੱਧੀਜੀਵੀ ਨੇ, ਬਹੁਤ ਸਿਆਣੇ ਨੇ। ਕਹਿੰਦੇ ਤੁਹਾਡੇ ਵੀ 20 ਐਮਐਲਏ ਜਿਤਾਏ ਸੀਗੇ, 2 ਬੈਂਸ ਬ੍ਰਦਰ ਸੀਗੇ, 22 ਬੰਦੇ ਸੀਗੇ, ਅੱਜ ਇਕੱਠੇ ਨਹੀਂ ਹੈਗੇ। ਦੇਖੋ, ਪੋਲੀਟੀਕਲ ਇੰਟਰਸਟ ਕਿਸੇ ਦਾ ਵੀ ਹੋ ਸਕਦਾ। ਬਾਬਾ ਸਾਹਿਬ ਹੁਣੇ ਕਹਿ ਰਹੇ ਸੀਗੇ ਵੀ ਪਤਾ ਨਹੀਂ ਕੌਣ ਕੌਣ ਕਿੱਧਰ ਚੱਲ ਰਿਹਾ, ਕਿੱਦਾਂ ਕੋਈ ਵਿਗਿਆ। ਜਿੱਡਾ ਡੈਮੋਕ੍ਰੇਸੀ ਦਾ ਕਤਲ, ਖਰੀਦੋ ਫਰੋਖਤ ਦਾ ਕਾਂਗਰਸ ਨੇ ਕੀਤਾ, ਐਡਾ ਵੱਡਾ ਇਤਿਹਾਸ ਹੈਗਾ ਕਿਸੇ ਦਾ? ਹੈ ਜੀ। ਦੇਵੀ ਲਾਲ ਦੀ, ਆਪਣੇ ਭਜਨ ਲਾਲ ਦੀ ਸਾਰੀ ਦੀ ਸਰਕਾਰ ਅੱਜ ਦਿਨ ਉਹ ਸਮਾਜਵਾਦੀ ਦੀ ਸਰਕਾਰ ਸੀ, ਅਗਲੇ ਦਿਨ ਉਹ ਕਾਂਗਰਸ ਦੀ ਸਰਕਾਰ ਬਣ ਗਈ ਸੀ ਹਰਿਆਣਾ ਦੀ, ਹਾਂਜੀ। ਤੇ 65-70 ਐਮਐਲਏ ਅਗਲੇ ਦਿਨ ਹੀ ਕਾਂਗਰਸ ਦੇ ਬਣ ਗਏ ਸੀ। ਸੋ ਇਹ ਕਾਂਗਰਸ ਇਹ ਐਗਜ਼ਾਮਪਲਾਂ ਨਾ ਦੇਵੇ। ਆਪਣੇ ਕਹਿੰਦੇ ਆ ਵੀ ਮੰਜੇ ਹੇਠ ਜੇ ਝਾੜੂ ਮਾਰ ਲੈਣ ਤਾਂ ਚੰਗੀ ਗੱਲ ਹੈ, ਤੇ ਨਹੀਂ ਤਾਂ ਹੁਣ ਤੁਹਾਡਾ ਵੈਸੇ ਸਿੰਬਲ ਹੈ, ਮੈਨੂੰ ਲੱਗਦਾ ਡੰਡਾ। ਮਾਰਾਂਗੇ ਜੀ, ਅਸੀਂ ਮਾਰਾਂਗੇ। ਹੁਣ ਆਪ ਇਹਨਾਂ ਦਾ ਵੱਜਣਾ ਦੇ, ਹੁਣ ਹੱਥ ਪਹੁੰਚਦਾ ਨਹੀਂ ਜੀ, ਮੰਜੇ ਤੇ ਹੇਠਾਂ ਤੱਕ ਹੱਥ ਪਹੁੰਚਦਾ ਨਹੀਂ, ਉਹ ਝਾੜੂ ਹੀ ਫੇਰੂਗਾ ਜੀ। 17 ਨੂੰ ਸਭ ਕੁਝ ਸਾਹਮਣੇ ਆਊਗਾ, 17 ਨੂੰ ਸਭ ਕੁਝ ਸਾਹਮਣੇ ਆ ਜਾਊਗਾ। ਜਾਂਦੇ ਲਾਸਟ ਕਮੈਂਟ ਜਿਹੜਾ 17 ਨੂੰ ਦੁਬਾਰਾ ਬੁਲਾਵਾਂਗੇ ਬਾਬਾ ਸਾਹਿਬ, ਕੀ ਕੁਝ ਲੱਗਦਾ ਕਿ ਰਿਜ਼ਲਟ ਜਿਹੜੇ ਆਉਣਗੇ? ਮੈਂ ਕਿਹਾ ਜੀ ਲੱਡੂਆਂ ਦਾ ਡੱਬਾ ਲੈ ਕੇ ਆਵਾਂਗੇ 17 ਨੂੰ, ਸਾਰੇ ਪੰਜਾਬ ਦੀਆਂ ਖੁਸ਼ੀਆਂ ਸਾਂਝੀਆਂ ਕਰਾਂਗੇ। ਚਾਹੁੰਦੇ ਆ ਪੰਜਾਬ ਦਾ ਹੋਰ ਵਿਕਾਸ ਹੋਵੇ, ਪੰਜਾਬ 'ਚ ਸ਼ਾਂਤੀ ਦੇ। ਵਾਕਈ ਦੋਨੇ ਨੌਜਵਾਨ ਵਧੀਆ ਨੇਤਾ ਨੇ ਤੇ ਵਧੀਆ ਸੋਚ ਰੱਖਦੇ ਨੇ ਤੇ ਆਪਣੇ ਵਿਚਾਰਾਂ ਨੂੰ ਦੇਣਾ। ਪਰ ਮੈਂ ਸਮਝਦਾ ਇਹ 'ਚ ਕੋਈ ਸ਼ੱਕ ਨਹੀਂ, ਕਿਤੇ ਵੀ ਲੋਕਤੰਤਰ ਦੇ ਵਿੱਚ ਹਰ ਇੱਕ ਦਾ ਪੂਰਾ ਸਤਿਕਾਰ ਹੋਣਾ ਚਾਹੀਦਾ ਅਤੇ ਲੋਕਾਂ ਨੂੰ ਕਿਤੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ। ਤੇ ਇਹ ਕੈਪਟਨ ਅਮਰਿੰਦਰ ਸਿੰਘ ਨੇ ਮਿਸਾਲ ਕਾਇਮ ਕੀਤੀ ਹੈ। ਅਸੀਂ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਇਹ ਤਾਂ ਹੁਣ ਵਿਚਾਰੇ ਹਾਰਦੇ, ਜਿਵੇਂ ਉਹ ਰੋਂਡ ਪਾਉਂਦੇ ਹੁੰਦੇ ਨਾ, ਅਸੀਂ ਖੇਡਦੇ ਗੋਲੀਆਂ ਖੇਡਦੇ, ਇਹ ਤਾਂ ਅਕਾਲੀ ਦਲ ਵਾਲੇ ਰੋਂਡ ਪਾਉਂਦੇ ਨੇ। ਇਹ ਸਮਝਦੇ ਇਹ ਵੀ ਨੇ ਪਾਣਾ ਮੰਨੀ ਬੈਠੇ ਨੇ ਇਹ ਵਿਚਾਰੇ, ਇਹ ਵੀ ਇਹ 'ਚ ਵੀ ਕੋਈ ਸ਼ੱਕ ਨਹੀਂ। ਨਤਾਰਾ ਕੁਝ ਤਾਂ
17 ਫਰਵਰੀ ਨੂੰ ਹੋ ਜਾਣਾ ਤੇ ਬਾਕੀ ਦਾ 2022 ਦੇ ਵਿੱਚ ਹੋ ਜਾਣਾ ਹੈ। ਕਿ ਕੁਝ ਸਾਹਮਣੇ ਆਵੇਗਾ, ਦੇਖਣਾ ਹੋਵੇਗਾ ਲੋਕ ਕੀ ਕੁਝ ਸੋਚਦੇ ਨੇ। ਲੋਕਤੰਤਰ ਹੈ, ਪਰ ਹਿੰਸਾ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ, ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ, ਚਾਹੇ ਉਹ ਕੋਈ ਵੀ ਕਰੇ, ਚਾਹੇ ਸੱਤਾਧਾਰੀ ਧਿਰ ਕਰੇ, ਚਾਹੇ ਕੋਈ ਹੋਰ ਤਕੜਾ ਬੰਦਾ ਮਾਈਟ ਇਜ਼ ਰਾਈਟ ਵਾਲਾ ਕਰੇ, ਉਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਡੈਮੋਕ੍ਰੇਸੀ ਦੇ ਵਿੱਚ ਸਭ ਨੂੰ ਅਧਿਕਾਰ ਹੈ ਆਪਣੇ ਵੋਟ ਦਾ ਇਸਤੇਮਾਲ ਕਰਨ ਦਾ। ਦੇਖਣਾ ਹੋਵੇਗਾ 17 ਫਰਵਰੀ ਨੂੰ ਜਦੋਂ ਨਤੀਜੇ ਆਉਣਗੇ ਕਿਸ ਦੇ ਹੱਕ ਦੇ ਵਿੱਚ ਭੁਗਤਦੇ ਨੇ। ਫਿਲਹਾਲ ਕੈਮਰਾਮੈਨ ਟੋਨੀ ਦੇ ਨਾਲ ਰਣਵੀਰ ਸਿੰਘ ਰਾਣਾ।